Good morning, dear students. Today we are going to start our next chapter, that is delegation and decentralization of authority. ਆਪਾਂ ਕੀ ਕਰਨੇ ਆ, ਜੋ ਆਪਣੇ ਰਾਈਟਸ ਹੈ, ਅਧਿਕਾਰ ਹੈ, ਉਹਨਾਂ ਨੂੰ ਆਪਾਂ ਨੀਚੇ ਵਾਲੀ ਡੀਸੈਂਟਰਲਾਈਜੇਸ਼ਨ ਮਤਲਬ ਜੋ ਆਪਣੇ ਸਬੋਰਡੀਨੇਟਸ ਹੁੰਦੀ ਹੈ ਉਹਨਾਂ ਨੂੰ ਆਪਾਂ ਆਪਦੇ ਰਾਈਟਸ ਕੀ ਕਰਦੇ ਨੇ, ਸੌਂਪਦੇ ਨੇ। ਡੈਲੀਗੇਸ਼ਨ ਕੀ ਹੁੰਦਾ, ਆਪਾਂ ਸੌਂਪਦੇ ਨੇ ਆਪਣੇ ਰਾਈਟਸ। ਤਾਂ ਫਸਟ ਆਪਾਂ ਮੀਨਿੰਗ ਡਿਸਕਸ ਕਰਾਂਗੇ। ਤਾਂ ਕੀ ਆ ਕਹਿੰਦੇ, delegation skillful and talented an individual may be, he cannot do or supervise the entire work। कि ਜਿਹੜਾ ਆਪਣੇ ਕੋਲੇ ਸਪੋਜ਼ ਟੌਪ ਮੈਨੇਜਮੈਂਟ ਆਪਾਂ 3 ਲੈਵਲਸ ਕੀਤੀਆਂ ਸੀ, ਟੌਪ, ਲੋਅਰ ਔਰ ਮਿਡਲ। ਤਿੰਨੋਂ ਲੈਵਲਸ ਦੇ ਵਿੱਚੋਂ ਜੋ ਆਪਣੀ ਹਾਈਐਸਟ ਲੈਵਲ ਹੈ ਉਹ ਕਹਿੰਦੇ ਇਕੱਲਾ ਇੱਕ ਪਰਸਨ ਪਰਫੋਰਮ ਨਹੀਂ ਕਰ ਸਕਦਾ। ਤਾਂ ਉਹਦੇ ਲਈ ਆਪਾਂ ਥੋੜ੍ਹਾ ਜਿਹਾ ਪਾਰਟ ਕਿ ਆਪਾਂ ਥੋੜ੍ਹੇ ਜਿਹੇ ਕੰਮ ਦੂਸਰੇ ਪਰਸਨ ਨੂੰ ਡਿਵਾਈਡ ਕਰ ਦਿੰਦੇ, ਉਹਨਾਂ ਨੂੰ ਕੀ ਬੋਲ ਦਿੰਦੇ ਆਪਾਂ, ਸਬੋਰਡੀਨੇਟ। ਦੇਅਰਫੋਰ ਟੂ ਅਚੀਵ ਦਾ ਅਸਾਈਨ ਆਬਜੈਕਟਿਵ ਹੀ ਹੈਜ਼ ਟੂ ਗੈਟ a part of his work done from his subordinate who further pass on a part of allocated work to their subordinates। superior ਕੰਮ ਕਿਹਨਾਂ ਨੂੰ ਡਿਵਾਈਡ ਕਰ ਦਿੰਦੇ ਆ, ਆਪਣੇ ਕੋਲੇ ਜਿਹੜੇ superiors ਹੈ ਉਹ ਦੇ ਦਿੰਦੇ ਆ ਨੀਚੇ ਸਬੋਰਡੀਨੇਟਸ ਨੂੰ। ਤਾਂ ਸਬੋਰਡੀਨੇਟ ਆਪਣੇ ਕੋਲੇ ਡੀਸੈਂਟਰਲਾਈਜੇਸ਼ਨ ਹੁੰਦੇ ਆ ਅਤੇ ਡੈਲੀਗੇਟ ਆਪਾਂ ਕਰ ਦਿੰਦੇ ਹਾਂ ਆਪਣੇ ਰਾਈਟਸ, ਇੱਕ ਜਸਟ ਆ ਪਾਰਟ। ਤਾਂ ਜੋ ਆਪਣੀ ਡੈਲੀਗੇਸ਼ਨ ਆਫ ਅਥੋਰਿਟੀ ਦੇ ਵਿੱਚ ਪ੍ਰੋਸੈਸ ਹੈ ਉਹ ਕੀ ਹੈ, ਅਥੋਰਿਟੀ ਸਟਾਰਟ ਫਰੋਮ ਟੌਪ ਐਗਜ਼ੀਕਿਊਟਿਵ ਇਨ ਬਿਜ਼ਨਸ। ਟੌਪ ਮਤਲਬ ਸਟਾਰਟਿੰਗ ਤੋਂ ਆਪਣੀ ਹੁੰਦੀ ਹੈ ਐਂਡ ਕੰਟੀਨਿਊਸ ਡਾਊਨਵਰਡ ਅਪ ਟੂ ਆਪਰੇਟਿਵ ਲੈਵਲ, ਕਿ ਆਪਾਂ ਕੰਮ ਨੂੰ ਕਰਨ ਦੇ ਲਈ ਆਪਣੀ ਹਾਈਐਸਟ ਟੂ ਲੋਅਰੈਸਟ ਲੈਵਲ ਇਸ ਤਰੀਕੇ ਨਾਲ ਚੱਲਦੀ ਰਹਿੰਦੀ ਹੈ। ਅਤੇ ਇਹਨੂੰ ਆਪਾਂ ਕੀ ਬੋਲ ਦਿੰਦੇ ਹਾਂ, ਹਾਇਰੈਕਰੀ। ਹਾਇਰੈਕਰੀ ਕੀ ਹੁੰਦਾ, ਸੀਕੁਐਂਸ ਦੇ ਵਿੱਚ ਆਪਾਂ ਕੰਮ ਨੂੰ ਕਰਦੇ ਹਾਂ। ਤਾਂ ਡੈਲੀਗੇਸ਼ਨ ਆਪਣੇ ਕੋਲੇ ਕੀ ਹੈ, ਅਥੋਰਿਟੀ ਇਜ਼ ਡੈਲੀਗੇਟਡ ਕਦੋਂ ਆਪਾਂ ਦੇ ਰਾਈਟਸ ਸੌਂਪਦੇ ਹਾਂ ਦੂਸਰੇ ਪਰਸਨ ਨੂੰ, ਵੈਨ ਆਰਗੇਨਾਈਜੇਸ਼ਨ ਪਾਵਰ ਇਜ਼ ਵੈਸਟਡ ਇਨ ਸਬੋਰਡੀਨੇਟ ਬਾਈ ਆ ਸੁਪੀਰੀਅਰ। ਜੋ ਉਹਨਾਂ ਦੇ ਰਾਈਟਸ ਵਗੈਰਾ ਹੁੰਦੇ ਨੇ ਉਹਦੇ ਅਕੋਰਡਿੰਗ ਆਪਾਂ ਕਰ ਦਿੰਦੇ ਹਾਂ। ਆਪਾਂ ਨੂੰ ਪਤਾ ਸੁਪੀਰੀਅਰਸ ਕੋਲ ਹੀ ਰਾਈਟ ਹੁੰਦੇ ਨੇ, ਬਟ ਇੱਕ ਜਸਟ ਆਪਾਂ ਪਾਰਟ ਦੇ ਦਿੰਦੇ ਹਾਂ। ਤਾਂ ਇਹਨਾਂ ਦਾ ਪਰਪਸ ਕੀ ਹੁੰਦਾ ਵਾ, ਡੈਲੀਗੇਸ਼ਨ ਆਪਾਂ ਅਥੋਰਿਟੀ ਕਿਉਂ ਕਰਦੇ ਹਾਂ, ਜਾਂ ਆਪਾਂ ਇਹ ਕਹਿ ਸਕਦੇ ਡੈਲੀਗੇਸ਼ਨ ਆਫ ਅਥੋਰਿਟੀ ਇੱਕ ਪ੍ਰੋਸੈਸ ਹੁੰਦਾ ਵਿੱਚ ਸੁਪੀਰੀਅਰ ਟਰਾਂਸਫਰ ਆ ਪਾਰਟ ਆਫ ਹਿਜ਼ ਅਥੋਰਿਟੀ। ਸਾਰੇ ਰਾਈਟਸ ਨਹੀਂ ਆਪਣੇ ਦਿੰਦੇ, ਜਸਟ ਇੱਕ ਪਾਰਟ ਦਿੰਦੇ ਆ ਸਬੋਰਡੀਨੇਟ ਨੂੰ, ਤਾਂ ਕਿ ਆਪਣੇ ਟਾਸਕ ਈਜ਼ੀਲੀ ਕੰਪਲੀਟ ਹੋ ਜਾਣ, ਕਿ ਸਾਰਾ ਬਰਡਨ ਆਪਣਾ ਸੁਪੀਰੀਅਰ ਦੇ ਉੱਪਰ ਨਾ ਆਵੇ। ਤਾਂ ਇਹਨਾਂ ਦਾ ਪਰਪਸ ਕੀ ਹੈ, ਟੂ ਫਰੀ ਦਾ ਸੁਪੀਰੀਅਰ ਫॉर ਪਰਫੋਰਮਿੰਗ ਮੋਰ ਇੰਪੋਰਟੈਂਟ ਵਰਕ, ਕਿ ਜਿਹੜਾ ਹੋਰ ਵੀ ਵਧੀਆ ਉਹਨਾਂ ਨੇ ਕੰਮ ਕਰਨਾ ਹੁੰਦਾ ਉਹਦੇ ਤੋਂ ਆਪਾਂ ਫਰੀ ਕਰ ਦਈਏ। ਟੂ ਡਿਵੈਲਪ ਮੈਨੇਜੀਰੀਅਲ ਅਬਿਲਿਟੀ ਆਫ ਦਾ ਸਬੋਰਡੀਨੇਟ। ਮੈਨੇਜੀਰੀਅਲ ਹੁੰਦਾ ਵਾ ਆਪਾਂ ਜਿਹੜੇ ਪਰਸਨ ਅਪੋਇੰਟ ਕਰਦੇ ਹਾਂ, ਲਾਈਕ ਆਪਾਂ ਫਿਨਾਂਸ ਦਾ, ਮਾਰਕੀਟਿੰਗ ਦਾ, ਪਰਸੋਨਲ ਦਾ, ਇਹ ਸਾਰੇ ਅਪੋਇੰਟ ਕਰ ਲੈਂਦੇ ਹਾਂ, ਜਿਹਦੇ ਨਾਲ ਆਪਾਂ ਆਰਗੇਨਾਈਜੇਸ਼ਨਲ ਸੈਟਅਪ ਕਰਦੇ ਹਾਂ। ਫਿਰ ਇਹਦੀਆਂ ਕਰੈਕਟਰਿਸਟਿਕਸ ਕੀ ਹੈ, ਅਥੋਰਿਟੀ ਕੀ ਕਰਨੀ, ਸ਼ੇਅਰਿੰਗ, ਕਿ ਜਸਟ ਇੱਕ ਪਾਰਟ ਕਰਦੇ ਆ, ਸਾਰਾ ਦਾ ਸਾਰਾ ਇਹ ਨਹੀਂ ਕਰਦੇ। ਕੀ ਕਰਦੇ ਆ, ਇਹ ਇੱਕ ਪਾਰਟ ਆਫ ਅਥੋਰਿਟੀ ਕਿਹਨਾਂ ਨੂੰ ਕਰਦੇ ਆ, ਆਪਣੇ ਸੁਪੀਰੀਅਰਸ ਜਾਂ ਸਬੋਰਡੀਨੇਟਸ ਨੂੰ ਕਰ ਦਿੰਦੇ ਆ। ਫਿਰ ਡੈਲੀਗੇਸ਼ਨ ਟੂ ਸਬੋਰਡੀਨੇਟਸ, ਸਿਰਫ ਔਰ ਸਿਰਫ ਆਪਾਂ ਰਾਈਟਸ ਕਿਹਨਾਂ ਨੂੰ ਵੰਡਦੇ ਹਾਂ, ਆਪਣੇ ਸੌਂਪਦੇ ਹਾਂ ਸਬੋਰਡੀਨੇਟਸ। ਜੋ ਨੀਚੇ ਵਾਲੇ ਹੁੰਦੇ ਨੇ ਉਹਨਾਂ ਆਪਾਂ ਡੀਸੈਂਟਰਲਾਈਜੇਸ਼ਨ ਵੀ ਬੋਲ ਦਿੰਦੇ ਹਾਂ, ਕਿ ਜੋ ਲੋਅਰ ਲੈਵਲ ਵਾਲੇ ਹੁੰਦੇ। ਫਿਰ ਆਪਣੇ ਕੋਲੇ ਕੀ, ਅਥੋਰਿਟੀ ਮਸਟ ਵੈਸਟ ਇਨ ਸੁਪੀਰੀਅਰਸ ਦਾ ਜੋ ਆਪਣੇ ਕੋਲੇ ਸਿਰਫ ਔਰ ਸੁਪੀਰੀਅਰ ਉਹ ਕਹਿੰਦੇ ਕਿਹਦੇ ਕੋਲੇ ਹੋਣੇ ਚਾਹੀਦੇ ਆ, ਹਾਈਐਸਟ ਲੈਵਲ ਕੋਲੇ ਰਾਈਟਸ ਹੋਣੇ ਚਾਹੀਦੇ ਹੈ। ਰਿਸਪੋਂਸਿਬਿਲਿਟੀ, ਦ ਸੁਪੀਰੀਅਰ ਆਰ ਨਾਟ ਡਿਸਚਾਰਜ ਫਰੋਮ ਦੇਅਰ ਰਿਸਪੋਂਸਿਬਿਲਿਟੀ ਫॉर देयर टास्क ਅਸਾਈਨ ਟੂ ਦਾ ਸਬੋਰਡੀਨੇਟ। ਸਿੰਪਲੀ ਉਹ ਕਹਿੰਦੇ ਸਿਰਫ ਔਰ ਸਿਰਫ ਕੀ ਕਰਦਾ ਵਾ, ਉਹ ਉਹਨਾਂ ਨੂੰ ਵੰਡਦਾ ਵਾ, ਇਹ ਨਹੀਂਗਾ ਕਿ ਉੱਤੋਂ ਡਿਸਚਾਰਜ ਹੋ ਜਾਂਦਾ ਵਾ। ਠੀਕ ਹੈ। ਅਕਾਊਂਟੇਬਿਲਿਟੀ ਮਤਲਬ ਆਨਸਰੇਬਲ ਕਰਨਾ, ਜਦੋਂ ਆਪਾਂ ਅਥੋਰਿਟੀ ਸੁਪੀਰੀਅਰ ਸਬੋਰਡੀਨੇਟਸ ਨੂੰ ਦੇ ਦਿੰਦੇ ਆ ਤਾਂ ਫਿਰ ਉਹਦੇ ਅਕਾਊਂਟੇਬਲ ਕੌਣ ਹੋਣਗੇ, ਆਪਣੇ ਸਬੋਰਡੀਨੇਟਸ। ਤਾਂ ਕਿਹਨਾਂ ਨੂੰ, ਸੁਪੀਰੀਅਰਸ ਨੂੰ। ਫਿਰ ਇਹਨਾਂ ਦੀ ਇੱਕ ਲਿਮਿਟ ਹੁੰਦੀ ਹੈ ਕਿ ਇੱਕ ਲਿਮਿਟ ਦੇ ਵਿੱਚ ਇਹਨਾਂ ਨੇ ਰਹਿ ਕੇ ਕੰਮ ਨੂੰ ਕਰਨਾ ਵਾ। ਸਪੈਸੀਫਿਕ ਔਰ ਜਰਨਲ, ਸਪੈਸੀਫਿਕ ਹੈ ਵੀ ਜੋ ਆਪਾਂ ਆਪਣੇ ਕੋਲੇ ਇੱਕ ਪ੍ਰੋਪਰ ਪਰਪਸ ਹੁੰਦਾ ਉਹਦੇ ਅਕੋਰਡਿੰਗ ਆਪਾਂ ਵੰਡ ਦਿੰਦੇ ਹਾਂ। ਫਿਰ ਅਮਾਊਂਟ ਆਫ ਅਥੋਰਿਟੀ, ਦਾ ਅਮਾਊਂਟ ਆਫ ਅਥੋਰਿਟੀ ਡੈਲੀਗੇਟਡ ਮਸਟ ਬੀ ਪ੍ਰਪੋਰਸ਼ਨਲ ਟੂ ਦਾ ਅਮਾਊਂਟ ਆਫ ਰਿਸਪੋਂਸਿਬਿਲਿਟੀ ਔਰ ਟਾਸਕ ਇੰਟਰਸਟਡ, ਵੀ ਯਕੀਨ ਹੋਣਾ ਚਾਹੀਦਾ। ਫਿਰ ਦੇ ਐਲੀਮੈਂਟਸ ਕਿਹੜੇ ਕਿਹੜੇ ਆਪਣੇ ਕੋਲੇ, ਡਿਟਰਮੀਨੇਸ਼ਨ ਆਫ ਆਬਜੈਕਟਿਵ। ਸਭ ਤੋਂ ਪਹਿਲਾਂ ਕਹਿੰਦੇ ਆਪਣਾ ਮੈਨੇਜਰ ਡਿਸਾਈਡ ਕਰਦਾ ਉਹਨੇ ਕੀ ਕਰਨਾ ਵਾ, ਕਿਸ ਤਰੀਕੇ ਨਾਲ ਆਰਗੇਨਾਈਜੇਸ਼ਨ ਦੇ ਟਾਸਕ ਨੂੰ ਅਚੀਵ ਕਰਨਾ ਵਾ। ਤਾਂ ਉਹ ਕੀ ਹੁੰਦਾ, ਆਪਾਂ ਡਿਟਰਮੀਨ ਕਰਨਾ ਆਪਣਾ ਉਦੇਸ਼। ਫਿਰ ਆਪਾਂ ਉਹਨਾਂ ਨੂੰ ਕੀ ਕਰਨਾ, ਆਪਾਂ ਡਿਸਾਈਡ ਕਰ ਲਿਆ ਵਟ ਇਜ਼ ਟੂ ਬੀ ਡਨ, ਠੀਕ ਹੈ, ਹਾਊ ਇਟ ਇਜ਼ ਟੂ ਬੀ ਡਨ, ਕਿਵੇਂ ਕਰਨਾ, ਕਦੋਂ ਕਰਨਾ, ਸਾਰਾ ਕੁਛ ਆਪਾਂ ਡਿਸਾਈਡ ਕਰ ਲਿਆ। ਫਿਰ ਉਸ ਤੋਂ ਬਾਅਦ ਵਿੱਚ ਆਪਾਂ ਟਾਸਕ ਆਪਣੀ ਰਿਸਪੋਂਸਿਬਿਲਿਟੀ ਨੂੰ ਅਸਾਈਨ ਕਰ ਦੇਣਾ, ਵੰਡ ਦੇਣਾ ਅਲੱਗ-ਅਲੱਗ ਪਰਸਨ ਜੋ ਆਪਣੇ ਸਬੋਰਡੀਨੇਟ ਪਰਫੋਰਮ ਕਰਨਗੇ। ਹੀ ਆਲਸੋ ਟੈਲ ਦਾ ਸਬੋਰਡੀਨੇਟ, ਕੀ ਦੱਸਦੇ ਆ ਇਹ ਕਿ ਆਪਾਂ ਉਹਨਾਂ ਤੋਂ ਕੀ ਐਕਸਪੈਕਟ ਕਰਨਾ ਵਾ। ਠੀਕ ਹੈ। ਫਿਰ ਆਪਾਂ ਗ੍ਰਾਂਟਿੰਗ ਆਫ ਅਥੋਰਿਟੀ, ਆਪਾਂ ਉਹਨਾਂ ਨੂੰ ਗ੍ਰਾਂਟ ਮਤਲਬ ਅਥੋਰਿਟੀ ਵਗੈਰਾ ਰਾਈਟਸ ਵਗੈਰਾ ਦੇ ਦੇਣੇ ਤਾਂ ਕਿ ਉਹ ਆਪਣਾ ਸਹੀ ਤਰੀਕੇ ਨਾਲ ਕੰਮ ਕਰ ਸਕਣ। ਐਵਰੀ ਮੈਨੇਜਰ ਡਿਰਾਈਵ ਅਥੋਰਿਟੀ ਫਰੋਮ ਹਿਜ਼ ਸੁਪੀਰੀਅਰ ਤੋਂ ਹੁੰਦੀ ਹੈ, ਇਨ ਟਰਨ ਗ੍ਰਾਂਟ ਟੂ ਹਿਜ਼ ਸਬੋਰਡੀਨੇਟ।
ਫਿਰ ਉਹਨਾਂ ਨੂੰ ਥੋੜ੍ਹਾ ਬਹੁਤ ਆਪਾਂ ਦਿੰਦੇ ਵੀ ਹਾਂ ਕਿ ਤੁਸੀਂ ਆਪਣੇ ਅਕੋਰਡਿੰਗ ਕੰਮ ਨੂੰ ਪਰਫੋਰਮ ਕਰ ਸਕੋ। ਇਹ ਕਿੱਦਾਂ ਹੁੰਦੀ ਆ ਆਪਣੀ ਆਰਗੇਨਾਈਜੇਸ਼ਨ ਵਿੱਚ ਟੌਪ ਟੂ ਬਾਟਮ। ਇਹ ਆਪਾਂ ਨੂੰ ਕੀ ਦੱਸਦੀ ਹੈ, ਇਟ ਇਨੇਬਲ ਦ ਇੰਪਲੋਈ ਐਟ ਵੇਰੀਅਸ ਪੋਜੀਸ਼ਨ ਟੂ ਪਰਫੋਰਮ ਦਾ ਅਸਾਈਨ ਡਿਊਟੀਜ਼ ਔਰ ਟਾਸਕ। ਠੀਕ ਹੈ, ਮੈਨੇਜਰ ਕੀ ਹੈ, ਮੈਨੇਜਰ ਕੈਨ ਡੈਲੀਗੇਟ ਓਨਲੀ ਦਾ ਪਾਰਟ ਆਫ ਅਥੋਰਿਟੀ। ਇਕੱਲਾ ਇੱਕ ਇਹ ਨਹੀਂ ਗਾ ਕਿ ਸਾਰਾ ਦਾ ਸਾਰੇ ਆਪਣੇ ਕਰ ਦੇਣਗੇ। ਫਿਰ ਆਪਣਾ ਕੀ ਹੈ, ਕ੍ਰੀਏਸ਼ਨ ਆਫ ਅਕਾਊਂਟੇਬਿਲਿਟੀ। ਅਕਾਊਂਟੇਬਿਲਿਟੀ ਹੁੰਦਾ ਆਨਸਰੇਬਲ, ਆਪਾਂ ਉਹਨਾਂ ਨੂੰ ਦੇਣਾ ਕਿ ਜਦੋਂ ਹੁਣ ਆਪਾਂ ਇਹਦੇ ਵਿੱਚ ਤਾਂ ਆਪਾਂ ਅਧਿਕਾਰ ਦੇਤੀ, ਠੀਕ ਹੈ, ਗ੍ਰਾਂਟ ਕਰਤੇ, ਅਧਿਕਾਰ ਦੇਤੇ ਆਪਾਂ ਟੌਪ ਟੂ ਬਾਟਮ ਉਹਨਾਂ ਨੂੰ ਦੱਸਤਾ। ਉਸ ਤੋਂ ਬਾਅਦ ਵਿੱਚ ਉਹਨਾਂ ਨੂੰ ਕੀ ਕੀਤਾ, ਅਕਾਊਂਟੇਬਿਲਿਟੀ ਆਨਸਰੇਬਲ ਦੇਣਾ ਵਾ। ਜਦੋਂ ਸੁਪੀਰੀਅਰ ਨੇ ਸਬੋਰਡੀਨੇਟਸ ਨੂੰ ਕੰਮ ਵੰਡਤੇ ਤਾਂ ਸਬੋਰਡੀਨੇਟ ਉਹਦਾ ਤਾਂ ਪੂਰਾ ਰਿਸਪੋਂਸੀਬਲ ਹੋਊਗਾ ਕਿ ਉਹਨਾਂ ਨੂੰ ਆਪਾਂ ਆਨਸਰੇਬਲ ਕਰਨਾ ਵਾ। ਫਿਰ ਆਪਾਂ ਉਹਨਾਂ ਨੂੰ ਕੀ ਕਰਨਾ, ਕੰਟਰੋਲ ਕਰਨਾ। ਕਹਿੰਦੇ ਡੈਲੀਗੇਸ਼ਨ ਆਫ ਅਥੋਰਿਟੀ ਹੋਣ ਦੇ ਬਾਵਜੂਦ ਵੀ ਸੁਪੀਰੀਅਰ ਦੇ ਕੋਲੇ ਪੂਰੀ ਦੀ ਪੂਰੀ ਹੁੰਦੀ ਹੈ, ਕਿਉਂਕਿ ਉਹਨੂੰ ਪਤਾ ਵਾ ਕਿ ਉਹਨੂੰ ਵੱਧ ਤੋਂ ਵੱਧ ਸਕਸੈਸ ਔਰ ਫੇਲੀਅਰ ਕਿਸ ਤਰੀਕੇ ਨਾਲ ਹੋ ਸਕਦੀ ਹੈ। ਅਗਰ ਉਹ ਪ੍ਰੋਪਰ ਤਰੀਕੇ ਨਾਲ ਕੰਟਰੋਲਿੰਗ ਕਰੂਗਾ, ਠੀਕ ਹੈ, ਤਾਂ ਫਿਰ ਹੀ ਉਹ ਆਪਣੇ ਸਬੋਰਡੀਨੇਟਸ ਕੰਮ ਕਰਨਗੇ। they have to make sure to their subordinate are doing their task as per direction of superior, ਕਿ superior ਨੇ ਜੋ ਕੰਮ ਦਿੱਤੇ ਆ, ਇੰਸਟਰਕਸ਼ਨ ਦਿੱਤੀਆਂ, ਉਹਦੇ ਅਕੋਰਡਿੰਗ ਹੀ ਕੰਮ ਕਰਦੇ ਪਏ ਨੇ, ਉਹਦਾ ਮਿਸਯੂਜ਼ ਤਾਂ ਨਹੀਂ ਕਰਦੇ ਪਏਗੇ। ਇਸੇ ਤਰੀਕੇ ਨਾਲ ਆਪਾਂ ਕੀ ਕਹਿ ਸਕਦੇ ਹਾਂ, ਕੰਟਰੋਲਿੰਗ ਸਿਸਟਮ ਆਪਣਾ ਕ੍ਰੀਏਟ ਹੁੰਦਾ। ਕੀ ਸੀ, ਆਪਣੇ ਐਲੀਮੈਂਟਸ ਡਿਟਰਮਾਈਨ ਕੀਤਾ, ਆਪਾਂ ਕੰਮ ਨੂੰ ਪਹਿਲਾਂ ਦੇਖ ਲਿਆ, ਫਿਰ ਆਪਾਂ ਵੰਡਤਾ, ਫਿਰ ਗ੍ਰਾਂਟ ਅਥੋਰਿਟੀ ਦੇਤੀ, ਫਿਰ ਆਪਾਂ ਅਕਾਊਂਟੇਬਿਲਿਟੀ ਆਨਸਰੇਬਲ, ਤਾਂ ਫਿਰ ਆਪਾਂ ਨੈਕਸਟ ਅਥੋਰਿਟੀ ਰਿਸਪੋਂਸਿਬਿਲਿਟੀ ਐਂਡ ਅਕਾਊਂਟੇਬਿਲਿਟੀ। ਅਥੋਰਿਟੀ ਹੁੰਦੀ ਹੈ ਜੋ ਸੁਪੀਰੀਅਰ ਕੋਲੇ ਹੁੰਦੀ ਹੈ, ਠੀਕ ਹੈ, ਉਹ ਕ੍ਰੀਏਟ ਕਰਦੀ ਹੈ, ਮੈਨੇਜਰਸ ਉਹਨਾਂ ਨੂੰ ਦਿੰਦੇ ਹੈ, ਉਹਦੇ ਅਕੋਰਡਿੰਗ ਉਹਨਾਂ ਨੇ ਕਰਨਾ ਹੁੰਦਾ। ਤਾਂ ਕੀ ਆ, ਆਲ ਅਥੋਰਿਟੀ ਵੈਸਟ ਇਨ ਟਾਪ ਮੈਨੇਜਮੈਂਟ ਫਰੋਮ ਦੇਅਰ ਇਟ ਟ੍ਰਿਕਲਸ ਡਾਊਨ ਟੂ ਦਾ ਲੋਅਰ ਮੈਨੇਜਮੈਂਟ। ਇਸ ਤਰੀਕੇ ਨਾਲ ਹੁੰਦੀ ਹੈ, ਉਹਨੂੰ ਅਥੋਰਿਟੀ ਬੋਲਦੀ ਨੇ। ਅਥੋਰਿਟੀ ਆਪਣੀ ਇੱਕ ਲੀਗਲ ਅਤੇ ਰਾਈਟਫੁਲ ਹੁੰਦੀ ਹੈ, ਪਾਵਰ ਹੁੰਦੀ ਹੈ, ਜਿਹਨੂੰ ਆਪਾਂ ਸਹੀ ਤਰੀਕੇ ਨਾਲ ਯੂਜ਼ ਕਰਨਾ ਹੁੰਦਾ ਤਾਂ ਕਿ ਆਪਾਂ ਨੂੰ ਡਾਇਰੈਕਸ਼ਨ ਸਹੀ ਮਿਲੀ। ਤਾਂ ਇਹਦੀ ਕਰੈਕਟਰਿਸਟਿਕਸ ਕੀ ਹੈ, ਇਹ ਫਾਰਮਲ ਹੁੰਦੀ ਹੈ, ਵਿਦਿਨ ਆਰਗੇਨਾਈਜੇਸ਼ਨ ਹੁੰਦੀ ਹੈ। ਅਥੋਰਿਟੀ ਆਪਾਂ ਨੂੰ ਦੱਸਦੀ ਹੈ, ਸਹੀ ਤਰੀਕੇ ਨਾਲ ਡਾਇਰੈਕਸ਼ਨ ਦਿੰਦੀ ਹੈ ਅਤੇ ਉਹਨਾਂ ਨੂੰ ਗੋਲਸ ਨੂੰ ਕੰਪਲੀਟ ਕਰਨ 'ਚ ਆਪਣੀ ਹੈਲਪ ਕਰਦੀ ਹੈ। ਇਹ ਆਪਾਂ ਨੂੰ ਯਕੀਨੀ ਦਿਵਾਉਂਦੀ ਹੈ ਆਪਾਂ ਸਹੀ ਤਰੀਕੇ ਨਾਲ ਕਿੱਦਾਂ ਆਰਗੇਨਾਈਜੇਸ਼ਨ ਦੇ ਗੋਲਸ ਕੰਪਲੀਟ ਕਰਨੇ ਹੈ। ਇਹ ਆਪਾਂ ਨੂੰ ਡਿਟਰਮਾਈਨ ਕਰਦਾ ਵਾ ਕਿ ਕੀ ਰਿਲੇਸ਼ਨ ਹੈ, ਹਾਇਰਾਰਕੀਕਲ ਦੱਸਦੇ ਹੈ। ਤਾਂ ਫਿਰ ਇਹਦੇ ਵਿੱਚ ਕੀ ਹੈ, ਲਾਜ਼, ਰੂਲਸ ਐਂਡ ਰੈਗੂਲੇਸ਼ਨ ਹੁੰਦੇ ਜੋ ਹਰ ਇੱਕ ਪਰਸਨ ਨੇ ਫੋਲੋ ਕਰਨੀ ਹੈ। ਇਹ ਆਪਣੀ ਕੀ ਹੁੰਦੀ ਹੈ, ਡਾਊਨਵਰਡ ਹੁੰਦੀ ਹੈ, ਸੁਪੀਰੀਅਰ ਟੂ ਸਬੋਰਡੀਨੇਟ। ਆਪਾਂ ਉਹਨਾਂ ਨੂੰ ਡਿਫਰੈਂਟ ਇੰਡੀਵਿਜੂਅਲ ਵਿੱਚ ਵੰਡ ਦਿੰਦੇ ਹਾਂ, ਠੀਕ ਹੈ। ਇਟ ਇਜ਼ ਐਕਸਰਸਾਈਜ਼ ਥਰੂ ਪਰਸੂਏਸ਼ਨ ਐਂਡ ਸਿਲੈਕਸ਼ਨਸ। ਕੁਛ ਨਾ ਕੁਛ ਕਹਿੰਦੇ ਆਪਣੇ ਕੋਲੇ ਮਤਲਬ ਰਿਸਟ੍ਰਿਕਸ਼ਨਸ ਵਗੈਰਾ। ਇਟ ਇਜ਼ ਆਲਵੇਜ਼ ਇਕੁਅਲ ਟੂ ਅਸਾਈਨ ਰਿਸਪੋਂਸਿਬਿਲਿਟੀ, ਕਿ ਉਹਦੇ ਹਮੇਸ਼ਾ ਇਹ ਬਰਾਬਰ ਹੁੰਦੀ ਹੈ। ਰਿਸਪੋਂਸਿਬਿਲਿਟੀ ਇੱਕ ਜ਼ਿੰਮੇਵਾਰੀ ਹੁੰਦੀ ਹੈ ਕਿ ਜੋ ਕੰਮ ਆਪਾਂ ਨੂੰ ਦਿੱਤਾ ਗਿਆ ਉਹਨੂੰ ਕਿਸ ਤਰੀਕੇ ਨਾਲ ਆਪਾਂ ਕੰਪਲੀਟ ਕਰਨਾ। ਵਟ ਇਜ਼ ਐਕਸਪੈਕਟਡ ਫਰੋਮ ਸਬੋਰਡੀਨੇਟ, ਸਬੋਰਡੀਨੇਟ ਤੋਂ ਕੀ ਐਕਸਪੈਕਟ ਕਰਨਾ, ਕਦੋਂ, ਆਫਟਰ ਡੈਲੀਗੇਟਿੰਗ ਦਾ ਅਥੋਰਿਟੀ, ਜਦੋਂ ਉਹਨਾਂ ਨੂੰ ਆਪਾਂ ਉਹਨਾਂ ਦੀ ਆਪਣੇ ਜੋ ਅਧਿਕਾਰ ਹੁੰਦੇ ਆ ਸੌਂਪ ਦਿੰਦੇ ਆ ਤਾਂ ਕਿ ਇੱਕ ਸਪੈਸੀਫਿਕ ਜੋਬ ਨੂੰ ਪਰਫੋਰਮ ਕਰ ਸਕਣ, ਕਿ ਉਹ ਆਪਣੀ ਰਿਸਪੋਂਸਿਬਿਲਿਟੀ, ਆਪਣੀ ਜ਼ਿੰਮੇਵਾਰੀ ਸਮਝ ਕੇ ਉਹ ਕੰਮ ਕਰ ਰਹੇ ਹੈ ਜਾਂ ਨਹੀਂ ਕਰਦੇ ਪਏਗੇ, ਉਹ ਦੱਸਣਾ। ਇਹ ਫਲੋ ਆਪਣਾ ਕੀ ਹੁੰਦਾ ਵਾ, ਬਾਟਮ ਟੂ ਟੌਪ, ਮਤਲਬ ਨੀਚੇ ਤੋਂ ਉੱਪਰ ਨੂੰ ਆਪਣੇ ਕੋਲ ਇਹ ਜਾਂਦਾ ਵਾ। ਰਿਸਪੋਂਸਿਬਿਲਿਟੀ ਕੀ ਹੈ, ਇਜ਼ ਐਨ ਓਬਲੀਗੇਸ਼ਨ ਆਫ ਇੰਡੀਵਿਜੂਅਲ ਟੂ ਕੈਰੀ ਆਊਟ ਅਸਾਈਨ ਐਕਟੀਵਿਟੀ ਟੂ ਦ ਬੈਸਟ ਆਫ ਵਨਸ ਅਬਿਲਿਟੀ, ਕਿ ਆਪਣਾ ਵਧੀਆ ਤਰੀਕੇ ਨਾਲ ਉਹ ਪਰਫੋਰਮ ਕਰ ਸਕਣ। ਇਹਦੇ ਕਿਹੜੇ ਕਰੈਕਟਰਿਸਟਿਕਸ ਹੁੰਦੇ ਨੇ, ਇਹ ਹਮੇਸ਼ਾ ਆਪਣਾ ਕੀ ਹੈ, ਬਾਟਮ ਟੂ ਟੌਪ ਹੁੰਦਾ, ਕਿਉਂਕਿ ਸਬੋਰਡੀਨੇਟ ਨੇ ਹਮੇਸ਼ਾ ਜੋ ਕੰਮ ਵੰਡਿਆ ਗਿਆ ਵਾ, ਸੁਪੀਰੀਅਰ ਵੰਡਦੇ ਆ, ਉਹਨਾਂ ਨੂੰ ਹਮੇਸ਼ਾ ਆਨਸਰ ਕਰਨਾ ਹੁੰਦਾ। ਇਹ ਕੀ ਹੈ, ਇਟ ਕ੍ਰੀਏਟਡ ਬਾਈ ਅਸਾਈਨਿੰਗ ਦਾ ਟਾਸਕ ਐਂਡ ਅਰਾਈਜ਼ਿਸ ਡਿਊ ਟੂ ਸੁਪੀਰੀਅਰ ਸਬੋਰਡੀਨੇਟ ਰਿਲੇਸ਼ਨਸ਼ਿਪ। ਕਿਹਨਾਂ ਦਾ ਰਿਲੇਸ਼ਨ ਦੱਸਦੀ ਹੈ, ਸੁਪੀਰੀਅਰ ਐਂਡ ਸਬੋਰਡੀਨੇਟ। ਇਟ ਕੈਨ ਨਾਟ ਡੈਲੀਗੇਟ ਫਰਦਰ, ਇਹਨਾਂ ਨੂੰ ਆਪਾਂ ਜਿਹੜੀ ਰਿਸਪੋਂਸਿਬਿਲਿਟੀ ਅਗਰ ਇੱਕ ਪਰਸਨ ਨੂੰ ਦੇਤੀ, ਅਗਰ ਆਪਾਂ ਏ ਪਰਸਨ ਨੂੰ ਵੰਡਤੀ ਤਾਂ ਉਹਦੇ ਕੋਲੇ ਹੀ ਰਹੂਗੀ, ਹੋਰ ਕਿਸੇ ਨੂੰ ਆਪਾਂ ਨਹੀਂ ਦੇ ਸਕਦੇ ਗੀ। ਇਹ ਲਗਾਤਾਰ ਚੱਲਦੀ ਹੈ, ਠੀਕ ਹੈ। ਰਿਸਪੋਂਸਿਬਿਲਿਟੀ ਐਂਡ ਅਥੋਰਿਟੀ ਸਾਈਡ ਬਾਈ ਸਾਈਡ ਆਪਣੀ ਚੱਲਦੀ ਰਹਿੰਦੀ ਹੈ। ਆਪਣੇ ਕੋਲੇ ਕੀ ਆਬਲੀਗੇਸ਼ਨ ਟੂ ਕੰਪਲੀਟ ਦਾ ਟਾਸਕ ਇਜ਼ ਸੈਂਸ ਆਫ ਰਿਸਪੋਂਸਿਬਿਲਿਟੀ, ਆਪਣਾ ਬਹੁਤ ਇੰਪੋਰਟੈਂਟ ਮੰਨਿਆ ਜਾਂਦਾ। ਇਟ ਕੈਨ ਬੀ ਅਸਾਈਨ ਟੂ ਹਿਊਮਨ ਬੀਂਗਸ, ਕਿੰਨਾਂ ਲਈ ਸਿਰਫ ਇਹ ਕੀਤਾ ਜਾਂਦਾ ਵਾ, ਹਿਊਮਨ ਬੀਂਗਸ ਲਈ। ਨੈਕਸਟ ਆਪਣੇ ਕੋਲ ਥਰਡ ਕੀ ਹੈ, ਅਕਾਊਂਟੇਬਿਲਿਟੀ। ਅਕਾਊਂਟੇਬਿਲਿਟੀ ਜੋ ਆਪਾਂ ਕੰਮ ਹੁਣ ਰਾਈਟ ਸੀਗੇ, ਰਾਈਟ ਆਪਾਂ ਸਬੋਰਡੀਨੇਟਸ ਨੂੰ ਵੰਡਤੇ, ਜੋ ਆਪਾਂ ਡੈਲੀਗੇਟ ਕਰਤੇ, ਉਹ ਕਰਨ ਤੋਂ ਬਾਅਦ ਉਹ ਆਪਣੀ ਉਹ ਜ਼ਿੰਮੇਵਾਰੀ ਨੂੰ ਮਤਲਬ ਸਹੀ ਤਰੀਕੇ ਨਾਲ ਨਿਭਾ ਰਹੇ, ਨਹੀਂ ਨਿਭਾ ਰਹੇ, ਤਾਂ ਉਹਦੇ ਅਕੋਰਡਿੰਗ ਉਹਨਾਂ ਨੂੰ ਕੀ ਕਰਨਾ ਹੁੰਦਾ, ਆਨਸਰੇਬਲ। ਤਾਂ ਅਕਾਊਂਟੇਬਿਲਿਟੀ ਕੀ ਹੁੰਦੀ ਹੈ,
ਅਨਸਰੇਬਿਲਟੀ ਹੁੰਦੀ ਹੈ ਕਿ ਕੌਣ ਪਰਫਾਰਮ ਕਰੂਗਾ, ਉਹ ਵੀ ਸਬੋਰਡੀਨੇਟਸ। ਜੋ ਸੁਪੀਰੀਅਰ ਨੇ ਕੰਮ ਦਿੱਤਾ ਹੁੰਦਾ ਵਾ ਸਬੋਰਡੀਨੇਟਸ ਨੂੰ, ਉਹਦੇ ਅਕੋਰਡਿੰਗ ਉਹਨਾਂ ਨੇ ਪਰਫਾਰਮ ਕੀਤਾ, ਉਹਨੂੰ ਆਪਾਂ ਬੋਲਦੇ ਹਾਂ ਅਕਾਊਂਟੇਬਿਲਟੀ। ਅਕਾਊਂਟੇਬਿਲਟੀ ਇੱਕ ਆਪਣੇ ਕੋਲੇ ਕੀ ਹੈ, ਇਹਦੀ ਆਹ ਵਾਲੀ ਡੈਫੀਨੇਸ਼ਨ ਕਰ ਲਓ, is an obligation to carry out a responsibility and exercise authority in terms of performance standard established, ਜਿਹੜੇ ਆਪਾਂ established ਕੀਤੇ ਹੁੰਦੇ ਆ। ਅਕਾਊਂਟੇਬਿਲਟੀ ਆਪਣੇ ਕੋਲੇ ਕੀ ਹੈ, ਅਨਸਰੇਬਲ, ਠੀਕ ਹੈ, ਆਪਣੀ ਫਾਈਨਲ ਆਊਟਕਮ ਹੁੰਦੀ ਹੈ। ਇਹਨੂੰ ਆਪਾਂ ਅੱਗੇ ਫਰਦਰ ਡੈਲੀਗੇਟ ਨਹੀਂ ਕਰ ਸਕਦੇ। ਇਹ ਆਪਣਾ ਬੋਟਮ ਟੂ ਟੋਪ, ਇਹ ਯੂਨਿਟਰੀ ਹੁੰਦੀ ਸਾਰਿਆਂ ਦੇ ਵਿੱਚ, ਆਪਾਂ ਇੱਕ ਜਗ੍ਹਾ ਦੂਸਰੀ ਜਗ੍ਹਾ ਕਰਨਾ ਹੁੰਦਾ ਵਾ। ਇਟ ਇਜ਼ ਡਿਟਰਮਾਈਨਡ ਬਾਈ ਦ ਐਕਸਟੈਂਟ ਟੂ ਡੈਲੀਗੇਸ਼ਨ, ਕਿੱਥੋਂ ਤੱਕ ਆਪਾਂ ਕੀਤੀ ਹੈ। ਅਕਾਊਂਟੇਬਿਲਟੀ ਇਸਟੈਬਲਿਸ਼ਿੰਗ ਕਰਦੀਆਂ, ਇਹ ਸਾਈਡ ਬਾਈ ਸਾਈਡ ਚੱਲਦੀ ਰਹਿੰਦੀ ਹੈ। ਇਹ ਰੈਗੂਲਰ ਫੀਡਬੈਕ ਆਪਾਂ ਉਹਨਾਂ ਨੂੰ ਦੇਣੀ ਹੁੰਦੀ ਜੋ ਆਪਾਂ ਕੰਪਲੀਟ ਕਰਦੇ ਹਾਂ। ਡਿਫਰੈਂਸ ਆਪਣੇ ਕੋਲ ਅਥੋਰਿਟੀ ਐਂਡ ਰਿਸਪੋਂਸਿਬਿਲਿਟੀ। ਅਥੋਰਿਟੀ ਇੱਕ ਜ਼ਿੰਮੇਵਾਰੀ ਹੁੰਦੀ ਹੈ ਜੋ ਆਪਾਂ ਉਹਨੂੰ ਪਰਫਾਰਮ ਕਰਨਾ ਹੁੰਦਾ ਵਾ, ਅਤੇ ਰਿਸਪੋਂਸਿਬਿਲਿਟੀ ਕੀ ਹੈ, ਜੋ ਆਪਾਂ ਕੰਮ ਵੰਡ ਦਿੰਦੇ ਹਾਂ, ਇੱਕ ਡਿਊਟੀ ਹੁੰਦੀ ਉਹਨੂੰ ਪਰਫਾਰਮ ਕਰਨਾ। ਇਹਦੇ ਵਿੱਚ ਕੀ ਰਾਈਟ ਟੂ ਕਮਾਂਡ। ਔਰ ਇਹਦਾ ਰੀਜ਼ਨ ਕੀ ਹੁੰਦਾ, ਫਾਰਮਲ ਕੰਟਰੈਕਟ ਵੀ ਵਿਦ ਇਨ ਆਰਗੇਨਾਈਜੇਸ਼ਨ। ਇਹ ਕਿਹਦੇ ਬੇਸ 'ਤੇ ਹੁੰਦੀ ਹੈ, ਸੁਪੀਰੀਅਰ ਐਂਡ ਸਬੋਰਡੀਨੇਟ। ਫਲੋ ਇਹ ਹਮੇਸ਼ਾ ਟੌਪ ਟੂ ਬਾਟਮ, ਉੱਪਰ ਤੋਂ ਨੀਚੇ ਜਾਂਦੀ ਹੈ। ਇਸ ਤਰੀਕੇ ਨਾਲ A to B, ਇਹ ਆਪਣੀ ਕਿਸ ਤਰੀਕੇ ਨਾਲ ਜਾਂਦੀ ਹੈ, B to A, ਠੀਕ ਹੈ। ਡੈਲੀਗੇਸ਼ਨ, ਇਹਦੇ ਵਿੱਚ ਆਪਾਂ ਜੋ ਰਾਈਟਸ ਆਪਾਂ ਕਰਦੇ ਹਾਂ ਸੁਪੀਰੀਅਰ ਸਬੋਰਡੀਨੇਟਸ ਨੂੰ ਦਿੰਦੇ ਆ, ਇਹਦੇ ਵਿੱਚ ਅੱਗੇ ਇਹ ਫਰਦਰ ਅਧਿਕਾਰ ਸੌਂਪ ਨਹੀਂ ਸਕਦੇ। ਟਰਮੀਨੇਸ਼ਨ, ਅਗਰ ਇਹਨੂੰ ਖਤਮ ਕਰਨਾ ਇੱਕ ਨੋਟਿਸ ਦੇਣਾ ਪਊਗਾ। ਇਹਦੇ ਵਿੱਚ ਆਪਾਂ ਈਜ਼ੀਲੀ ਕਰ ਸਕਦੇ ਕਿ ਜਦੋਂ ਰਿਸਪੋਂਸਿਬਿਲਿਟੀ ਕੰਪਲੀਟ ਤਾਂ ਨਾਲ ਨਹੀਂ ਟਰਮੀਨੇਟ ਹੋ ਜਾਂਦਾ, ਖਤਮ ਹੋ ਜਾਂਦਾ ਆਪਣਾ। ਕੰਟੀਨਿਊ, ਇਹ ਬਹੁਤ ਲੰਮੇ ਸਮੇਂ ਤੱਕ ਚੱਲਦਾ ਰਹਿੰਦਾ ਵਾ। ਇਟ ਕਮਸ ਟੂ ਐਂਡ ਕਦੋਂ, ਜਦੋਂ ਆਪਣਾ ਜੋਬ ਕੰਪਲੀਟ ਹੋ ਜਾਂਦੀ ਹੈ ਉਦੋਂ ਹੀ ਨਾਲ ਹੀ ਖਤਮ ਹੋ ਜਾਂਦਾ। ਨੇਚਰ, ਇਹ ਆਪਣੇ ਕੋਲ ਕੀ ਹੈ, ਰਾਈਟਸ ਟੂ ਸੁਪੀਰੀਅਰ ਕੀ ਲੀਗਲ ਰਾਈਟਸ ਨੇ, ਇਹਦੇ ਵਿੱਚ ਆਪਾਂ ਸਹੀ ਕੰਮ ਨੂੰ ਪਰਫਾਰਮ ਕਰਦੇ ਹਾਂ। ਫਿਰ ਆਪਣੇ ਕੋਲ ਨੈਕਸਟ ਡਿਫਰੈਂਸ ਕੀ ਹੈ, ਰਿਸਪੋਂਸਿਬਿਲਿਟੀ ਔਰ ਅਕਾਊਂਟੇਬਿਲਿਟੀ। ਰਿਸਪੋਂਸਿਬਿਲਿਟੀ ਕੀ ਹੈ, ਜ਼ਿੰਮੇਵਾਰੀ, ਜਿਹਨੂੰ ਆਪਾਂ ਇੱਕ ਡਿਊਟੀ ਕਹਿੰਦੇ ਹਾਂ। ਅਕਾਊਂਟੇਬਿਲਿਟੀ ਹੁੰਦਾ ਆਪਾਂ ਅਨਸਰੇਬਲ ਕਰਨਾ ਕਿ ਜੋ ਕੰਮ ਆਪਾਂ ਨੂੰ ਵੰਡਿਆ ਗਿਆ। ਇਹਦਾ ਰੀਜ਼ਨ ਕੀ ਹੈ, ਸੁਪੀਰੀਅਰ ਔਰ ਸਬੋਰਡੀਨੇਟ, ਇਹ ਹੁੰਦੇ ਹੀ ਉਹਦੇ ਕਰਕੇ ਡਿਊ ਟੂ ਡੈਲੀਗੇਸ਼ਨ ਆਫ ਅਥੋਰਿਟੀ, ਆਪਾਂ ਨੂੰ ਅਧਿਕਾਰ ਦਿੱਤੇ ਹੁੰਦੇ ਆ। ਇਹਦਾ ਮੇਨ ਫੋਕਸ ਕਾਹਦੇ 'ਤੇ ਹੁੰਦਾ, ਸਪੈਸ਼ਲੀਫਾਈ, ਆਪਾਂ ਸਪੈਸੀਫਿਕ ਕਰਨਾ, ਇਹਦੇ ਵਿੱਚ ਰਿਜ਼ਲਟ ਨੂੰ ਮੇਨ ਕਰਨਾ ਹੁੰਦਾ। ਸ਼ੇਅਰ, ਇਹਦੇ ਵਿੱਚ ਅਲੱਗ-ਅਲੱਗ ਪਰਸਨ ਹੁੰਦੇ ਆ, ਉਹਦੇ ਅਕੋਰਡਿੰਗ ਕਰਨਾ, ਬਟ ਇਹਦੇ ਵਿੱਚ ਆਪਾਂ ਨਹੀਂ ਕਰ ਸਕਦੇ ਦੂਸਰੇ ਪਰਸਨ ਦੇ ਨਾਲ। ਡੈਲੀਗੇਟ, ਇਹਦੇ ਵਿੱਚ ਰਾਈਟਸ ਆਪਣੇ ਜੋ ਸੌਂਪਦੀਆਂ ਉਹ ਅੱਗੇ ਆਪਾਂ ਫਰਦਰ ਨਹੀਂ ਕਰ ਸਕਦੇ, ਇਹਦੇ ਵਿੱਚ ਵੀ ਆਪਾਂ ਨਹੀਂ ਕਰ ਸਕਦੇ ਕਿਉਂਕਿ ਇਹਦੇ ਵਿੱਚ ਆਪਾਂ ਅਨਸਰੇਬਲ ਕਰਨਾ ਹੁੰਦਾ। ਥਰਡ ਆਪਣਾ ਲਾਸਟ ਡਿਫਰੈਂਸ ਆ ਅਥੋਰਿਟੀ, ਰਿਸਪੋਂਸਿਬਿਲਿਟੀ ਔਰ ਅਕਾਊਂਟੇਬਿਲਿਟੀ। ਅਥੋਰਿਟੀ ਕੀ ਆਪਾਂ ਸਹੀ ਤਰੀਕੇ ਨਾਲ ਦੱਸਦੇ ਹਾਂ ਕੰਮ ਨੂੰ ਕੀ ਕਰਨਾ, ਰਿਸਪੋਂਸਿਬਿਲਿਟੀ ਕੀ ਇੱਕ ਡਿਊਟੀ, ਅਕਾਊਂਟੇਬਿਲਿਟੀ ਹੁੰਦਾ ਆਪਾਂ ਉਹਨਾਂ ਨੂੰ ਆਨਸਰ ਦੇਣਾ। ਔਰ ਰੀਜ਼ਨ ਇਹ ਫਾਰਮਲ ਹੈ, ਇਹ ਸੁਪੀਰੀਅਰ ਦੇ ਬੇਸ 'ਤੇ ਹੈ, ਇਹ ਡੈਲੀਗੇਸ਼ਨ ਕਰਕੇ ਹੁੰਦੀ ਹੈ। ਫਲੋ ਇਹਦਾ ਡਾਊਨਵਰਡ ਟੂ, ਆਪਣੇ ਕੋਲ ਕੀ ਹੈ, ਡਾਊਨਵਰਡ ਫਰੋਮ ਸੁਪੀਰੀਅਰ ਟੂ ਸਬੋਰਡੀਨੇਟ, ਮਤਲਬ ਨੀਚੇ ਨੂੰ ਜਾਂਦੀ, ਟੌਪ ਟੂ ਬਾਟਮ, ਬਟ ਇਹ ਬਾਟਮ ਟੂ ਟੌਪ, ਇਹ ਵੀ ਆਪਣੇ ਕੋਲ ਬਾਟਮ ਟੂ ਟੌਪ ਹੁੰਦੀ ਹੈ।